BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। WHO ਵੱਲੋਂ ਮਿਡਲ ਈਸਟ ਦੇ ਲੋਕਾਂ ਲਈ $2 ਮਿਲੀਅਨ ਦੀ ਮਦਦ। ਯੂਕਰੇਨ ਤੇ ਰਸ਼ੀਅਨ ਆਇਲ ਪਾਈਪਲਾਈਨ ਖੋਲ੍ਹਣ ਦਾ ਵਧਿਆ ਦਬਾਅ। ਮਿਡਲ ਈਸਟ ਜੰਗ ਦਾ ਅਸਰ ਦੁਨੀਆ ਭਰ ਤੇ। ਏਅਰਪੋਰਟ ਤੇ ਹਜ਼ਾਰਾਂ ਕੀੜੀਆਂ ਦੇ ਨਾਲ ਫੜਿਆ ਗਿਆ ਇਹ ਆਦਮੀ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਮਿਡਲ ਈਸਟ ਵਿੱਚ ਚੱਲ ਰਹੇ ਸੰਕਟ ਦੇ ਮੱਦੇਨਜ਼ਰ ਲਬਨਾਨ, ਇਰਾਕ ਅਤੇ ਸੀਰੀਆ ਵਿੱਚ ਹੈਲਥ ਸਰਵਿਸਿਜ਼ ਦੀ ਮਦਦ ਲਈ ਉਹਨਾਂ ਨੇ ਆਪਣੇ ਫੰਡ ਫॉर ਐਮਰਜੈਂਸੀਜ਼ ਵਿੱਚੋਂ $20 ਲੱਖ ਜਾਰੀ ਕੀਤੇ ਹਨ। ਸੰਸਥਾ ਦੇ ਮੁਤਾਬਿਕ ਇਸ ਸੰਘਰਸ਼ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਅੰਦਾਜ਼ਾ ਹੈ ਕਿ ਈਰਾਨ ਵਿੱਚ 1 ਲੱਖ ਤੋਂ ਵੱਧ ਲੋਕ ਹੋਰ ਇਲਾਕਿਆਂ ਵਿੱਚ ਚਲੇ ਗਏ ਹਨ, ਜਦਕਿ ਲਬਨਾਨ ਵਿੱਚ ਕਰੀਬ 7 ਲੱਖ ਲੋਕ ਦੇਸ਼ ਦੇ ਅੰਦਰ ਹੀ ਬੇਘਰ ਹੋ ਗਏ ਹਨ। ਜਾਰੀ ਕੀਤੇ ਗਏ ਫੰਡਾਂ ਵਿੱਚੋਂ $10 ਲੱਖ ਲਬਨਾਨ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਇਰਾਕ ਅਤੇ ਸੀਰੀਆ ਲਈ $5-5 ਲੱਖ ਦਿੱਤੇ ਗਏ ਹਨ। ਇਹ ਰਕਮ ਐਮਰਜੈਂਸੀ ਸਹਿਯੋਗ ਮਜ਼ਬੂਤ ਕਰਨ ਲਈ, ਜ਼ਖਮੀਆਂ ਦੀ ਇਲਾਜ ਸਰਵਿਸ ਵਧਾਉਣ ਲਈ, ਬਿਮਾਰੀਆਂ ਦੀ ਨਿਗਰਾਨੀ ਤੇਜ਼ ਕਰਨ ਅਤੇ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਮਾਨ ਮੁਹੱਈਆ ਕਰਵਾਉਣ ਲਈ ਵਰਤੀ ਜਾਵੇਗੀ। WHO ਦੀ ਡਾਇਰੈਕਟਰ ਨੇ ਕਿਹਾ ਹੈ ਕਿ ਇਸ ਸਮੇਂ ਹੈਲਥ ਸਿਸਟਮ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਮੋਰਚੇ ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਸਹਾਇਤਾ ਦੇਣਾ ਅਤੇ ਜ਼ਰੂਰੀ ਇਲਾਜ ਸੇਵਾਵਾਂ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਮੀਰ ਜ਼ੈਲੈਂਸਕੀ ਨੇ ਯੂਰਪੀਅਨ ਅਲਾਈਜ਼ ਤੇ ਦੋਸ਼ ਲਗਾਇਆ ਹੈ ਕਿ ਉਹ ਕੀਵ ਤੇ ਦਬਾਅ ਪਾ ਰਹੇ ਹਨ ਕਿ ਰਸ਼ੀਅਨ ਤੇਲ ਲਿਜਾਣ ਵਾਲੀ ਪਾਈਪਲਾਈਨ ਮੁੜ ਚਾਲੂ ਕੀਤੀ ਜਾਵੇ। ਉਹਨਾਂ ਕਿਹਾ ਹੈ ਕਿ ਜੇਕਰ ਯੂਕਰੇਨ ਰਾਹੀਂ ਰਸ਼ੀਆ ਦਾ ਤੇਲ ਮੁੜ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੱਕ ਜਾਣ ਦਿੱਤਾ ਗਿਆ ਤਾਂ ਇਹ ਰਸ਼ੀਆ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਕਮਜ਼ੋਰ ਕਰਨ ਵਰਗਾ ਹੋਵੇਗਾ। ਯੂਕਰੇਨ ਦਾ ਕਹਿਣਾ ਹੈ ਕਿ ਸੋਵੀਅਤ ਐਰਾ ਦੀ ਬਣੀ ਡਰੁਜ਼ਬਾ ਆਇਲ ਪਾਈਪਲਾਈਨ ਨੂੰ ਜਨਵਰੀ ਵਿੱਚ ਰਸ਼ੀਅਨ ਹਵਾਈ ਹਮਲਿਆਂ ਨਾਲ ਨੁਕਸਾਨ ਪਹੁੰਚਿਆ ਸੀ ਅਤੇ ਅਜੇ ਤੱਕ ਉਸ ਦੀ ਮੁਰੰਮਤ ਨਹੀਂ ਹੋਈ। ਦੱਸ ਦਈਏ ਕਿ ਇਸ ਪਾਈਪਲਾਈਨ ਰਾਹੀਂ ਰਸ਼ੀਅਨ ਤੇਲ ਹੰਗਾਰੀ ਅਤੇ ਸਲੋਵਾਕੀਆ ਤੱਕ ਪਹੁੰਚਦਾ ਸੀ। ਹੰਗਾਰੀ ਦੇ ਪ੍ਰਧਾਨ ਮੰਤਰੀ ਵਿਕਟੋਰ ਔਰਬਨ ਨੇ ਕਿਹਾ ਹੈ ਕਿ ਜਦ ਤੱਕ ਪਾਈਪਲਾਈਨ ਮੁੜ ਚਾਲੂ ਨਹੀਂ ਹੁੰਦੀ, ਉਹ ਰਸ਼ੀਆ ਤੇ ਨਵੀਆਂ ਪਾਬੰਦੀਆਂ ਅਤੇ ਯੂਕਰੇਨ ਲਈ €90 ਬਿਲੀਅਨ ਦੇ ਕਰਜ਼ੇ ਨੂੰ ਰੋਕ ਕੇ ਰੱਖਣਗੇ। ਦੂਜੇ ਪਾਸੇ ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ ਜਲਦੀ ਪਾਈਪਲਾਈਨ ਦੀ ਮੁਰੰਮਤ ਕਰਨ ਲਈ ਕਿਹਾ ਹੈ, ਪਰ ਵੋਲੋਮੀਰ ਜ਼ੈਲੈਂਸਕੀ ਦਾ ਕਹਿਣਾ ਹੈ ਕਿ ਯੂਕਰੇਨ ਤੇ ਰਸ਼ੀਅਨ ਤੇਲ ਦੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਦਬਾਅ ਪਾਉਣਾ ਠੀਕ ਨਹੀਂ ਹੈ। ਮਿਡਲ ਈਸਟ ਵਿੱਚ ਜੰਗ ਹੁਣ ਤੀਜੇ ਹਫ਼ਤੇ ਵਿੱਚ ਪਹੁੰਚ ਗਈ ਹੈ ਅਤੇ ਤਣਾਅ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਗਲਫ ਦੇ ਕਈ ਅਰਬ ਦੇਸ਼ਾਂ ਨੇ ਨਵੇਂ ਮਿਸਾਈਲ ਅਤੇ ਡਰੋਨ ਹਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਈਰਾਨ ਨੇ ਯੂਨਾਈਟਿਡ ਅਰਬ ਐਮੀਰੇਟਸ ਦੇ 3 ਵੱਡੇ ਬੰਦਰਗਾਹਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਕਾਰਵਾਈ ਨੂੰ ਵਧਾ ਸਕਦੇ ਹਨ। ਇਸ ਜੰਗ ਦਾ ਅਸਰ ਦੁਨੀਆ ਭਰ ਤੇ ਵੀ ਪੈ ਰਿਹਾ ਹੈ। ਜੰਗ ਦੌਰਾਨ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ, ਖੇਤਰ ਤੋਂ ਤੇਲ ਦੀ ਸਪਲਾਈ ਵਿੱਚ ਰੁਕਾਵਟ ਆ ਰਹੀ ਹੈ ਅਤੇ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਤੇਲ ਅਤੇ ਗੈਸ ਤੇ ਨਿਰਭਰ ਦੇਸ਼ਾਂ ਨੂੰ ਸਟ੍ਰੇਟ ਆਫ ਹਾਰਮਜ਼ ਦੀ ਸੁਰੱਖਿਆ ਲਈ ਜੰਗੀ ਜਹਾਜ਼ ਭੇਜਣੇ ਚਾਹੀਦੇ ਹਨ। ਉਧਰ ਬਹਿਰੀਨ, ਸਾਊਦੀ ਅਰਬੀਆ ਤੇ ਯੂਨਾਈਟਿਡ ਅਰਬ ਐਮੀਰੇਟਸ ਨੇ ਕਿਹਾ ਹੈ ਕਿ ਉਹ ਆਪਣੇ ਇਲਾਕਿਆਂ ਵੱਲ ਆ ਰਹੇ ਮਿਸਾਈਲਾਂ ਤੇ ਡਰੋਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੰਬਈ ਸ਼ਹਿਰ ਵਿੱਚ ਹਾਲ ਹੀ ਵਿੱਚ ਇੱਕ ਐਗਜ਼ੀਬਿਸ਼ਨ ਕਰਵਾਇਆ ਗਿਆ, ਜਿਸ ਦਾ ਨਾਮ ਅ ਹਿਸਟਰੀ ਆਫ ਇੰਡੀਆ ਥਰੂ ਚੇਅਰਸ ਰੱਖਿਆ ਗਿਆ। ਇਸ ਐਗਜ਼ੀਬਿਸ਼ਨ ਵਿੱਚ 200 ਤੋਂ ਵੱਧ ਕੁਰਸੀਆਂ ਰੱਖੀਆਂ ਗਈਆਂ, ਜਿਨ੍ਹਾਂ ਦੇ ਡਿਜ਼ਾਈਨ ਅਤੇ ਲੱਕੜ ਦੇ ਕੰਮ ਰਾਹੀਂ ਭਾਰਤ ਦੇ ਸੱਭਿਆਚਾਰਕ ਇਤਿਹਾਸ ਨੂੰ ਦਰਸਾਇਆ ਗਿਆ। ਇਹ ਐਗਜ਼ੀਬਿਸ਼ਨ ਰੀਸਟੋਰੇਸ਼ਨ ਫਰਮ ਹਾਊਸ ਆਫ ਮਹਿੰਦਰਾ ਦੋਸ਼ੀ ਵੱਲੋਂ ਆਯੋਜਿਤ ਕੀਤਾ ਗਿਆ। ਇਹ ਕੁਰਸੀਆਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਦਹਾਕਿਆਂ ਵਿੱਚ ਇਕੱਠੀਆਂ ਕੀਤੀਆਂ ਗਈਆਂ। ਕੁਰਸੀਆਂ ਨੂੰ ਸਮੇਂ ਕ੍ਰਮ ਅਨੁਸਾਰ ਲਗਾਇਆ ਗਿਆ ਤਾਂ ਜੋ ਭਾਰਤ ਵਿੱਚ ਪੁਰਾਣੇ ਸਮੇਂ ਤੋਂ ਆਧੁਨਿਕ ਯੁੱਗ ਤੱਕ ਬੈਠਕ ਦੀ ਪਰੰਪਰਾ ਅਤੇ ਵਿਦੇਸ਼ੀ ਕਲਾ ਮੂਵਮੈਂਟਾਂ ਨੂੰ ਦਰਸਾਇਆ ਜਾ ਸਕੇ। ਪ੍ਰਦਰਸ਼ਨੀ ਦੇ ਕੋ-ਕਿਊਰੇਟਰ ਵਿਵੇਕ ਗਾਂਧੀ ਨੇ ਦੱਸਿਆ ਕਿ ਜਦੋਂ ਯੂਰਪੀ ਦੇਸ਼ ਭਾਰਤ ਆਏ, ਉਹ ਆਪਣੇ ਫਰਨੀਚਰ ਨਾਲ ਲੈ ਕੇ ਆਏ ਅਤੇ ਭਾਰਤੀ ਕਾਰੀਗਰਾਂ ਨੂੰ ਵੀ ਯੂਰਪੀ ਡਿਜ਼ਾਈਨ ਦੇ ਆਧਾਰ ਤੇ ਕੁਰਸੀਆਂ ਬਣਾਉਣ ਲਈ ਕਿਹਾ ਗਿਆ। ਇਸ ਕਾਰਨ ਭਾਰਤ ਵਿੱਚ ਕੁਰਸੀਆਂ ਬਹੁਤ ਯੂਰਪੀ ਜਾਂ ਬ੍ਰਿਟਿਸ਼ ਡਿਜ਼ਾਈਨ ਵਾਲੀਆਂ ਜਾਂ ਭਾਰਤੀ ਅਤੇ ਪੱਛਮੀ ਸ਼ੈਲੀ ਦੇ ਮਿਲਾਪ ਵਾਲੀਆਂ ਮਿਲਦੀਆਂ ਹਨ। ਕਈ ਕੁਰਸੀਆਂ ਪੁਰਾਣੀਆਂ ਘਰਾਂ, ਐਸਟੇਟ ਸੇਲ, ਫਰਨੀਚਰ ਦੀਆਂ ਦੁਕਾਨਾਂ ਜਾਂ ਫਿਰ ਨਿੱਜੀ ਸੰਗ੍ਰਹਿ ਤੋਂ ਲੱਭੀਆਂ ਗਈਆਂ। ਇਹ ਕੁਰਸੀਆਂ ਅਕਸਰ ਖਰਾਬ ਹਾਲਤ ਵਿੱਚ ਹੁੰਦੀਆਂ ਹਨ, ਪਰ ਤਜਰਬੇਕਾਰ ਕਾਰੀਗਰਾਂ ਨਾਲ ਇਹਨਾਂ ਨੂੰ ਸਾਲਾਂ ਦੀ ਮਿਹਨਤ ਨਾਲ ਰੀਸਟੋਰ ਕੀਤਾ ਜਾਂਦਾ ਹੈ। ਕੀਨੀਆ ਦੇ ਮੁੱਖ ਹਵਾਈ ਅੱਡੇ ਤੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੇ ਅਫਰੀਕੀ ਦੇਸ਼ ਕੀਨੀਆ ਤੋਂ 2000 ਤੋਂ ਵੱਧ ਰਾਣੀ ਕੀੜੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਹੈ। ਰਾਜਧਾਨੀ ਨਾਇਰੋਬੀ ਦੇ ਏਅਰਪੋਰਟ ਤੇ ਸੁਰੱਖਿਆ ਜਾਂਚ ਦੌਰਾਨ ਇੱਕ ਵਿਅਕਤੀ ਨੂੰ ਰੋਕਿਆ ਗਿਆ। ਅਧਿਕਾਰੀਆਂ ਨੂੰ ਉਸ ਦੇ ਸਮਾਨ 'ਚੋਂ ਜਿਉਂਦੀਆਂ ਕੀੜੀਆਂ ਦੀ ਇੱਕ ਖੇਪ ਮਿਲੀ, ਜਿਸ ਨੂੰ ਚੀਨ ਲਿਜਾਇਆ ਜਾ ਰਿਹਾ ਸੀ। ਮੁਲਜ਼ਮ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ, ਪਰ ਜਾਂਚ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਕੀੜੀਆਂ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਨਾਲ ਜੁੜਿਆ ਹੋਇਆ ਸੀ, ਜਿਸ ਦਾ ਪਿਛਲੇ ਸਾਲ
ਸਾਲ ਕੀਨੀਆ ਵਿੱਚ ਖੁਲਾਸਾ ਹੋਇਆ ਸੀ। ਪਿਛਲੇ ਸਾਲ ਕੀਨੀਆ ਜੰਗਲੀ ਸੇਵਾ KWS ਨੇ ਯੂਰਪ ਅਤੇ ਏਸ਼ੀਆ 'ਚ ਬਗੀਚੇ ਦੀਆਂ ਕੀੜੀਆਂ ਦੀ ਵੱਧਦੀ ਮੰਗ ਬਾਰੇ ਚੇਤਾਵਨੀ ਦਿੱਤੀ ਸੀ ਕਿਉਂਕਿ ਚਾਈਨਾ ਵਿੱਚ ਗਾਰਡਨ ਕੀੜੀਆਂ ਦੀ ਬਹੁਤ ਮੰਗ ਹੈ। ਇੱਕ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਿਅਕਤੀ ਨੇ 1948 ਕੀੜੀਆਂ ਨੂੰ ਟੈਸਟ ਟਿਊਬ 'ਚ ਪੈਕ ਕੀਤਾ ਜਦਕਿ 300 ਜ਼ਿੰਦਾ ਕੀੜੀਆਂ ਨੂੰ ਟਿਸ਼ੂ ਪੇਪਰ ਦੇ ਰੋਲ 'ਚ ਲੁਕਾ ਕੇ ਆਪਣੇ ਸਕੂਟਕੇਸ ਵਿੱਚ ਰੱਖਿਆ ਸੀ। KWS ਨੇ ਕਿਹਾ ਕਿ ਇਹ ਕੀੜੀਆਂ ਵਾਤਾਵਰਣ ਲਈ ਬੇहद ਅਹਿਮ ਹਨ ਕਿਉਂਕਿ ਜੇ ਇਹਨਾਂ ਨੂੰ ਕੁਦਰਤੀ ਚੱਕਰ 'ਚੋਂ ਹਟਾ ਦਿੱਤਾ ਜਾਵੇ ਤਾਂ ਮਿੱਟੀ ਦੀ ਸਿਹਤ ਅਤੇ ਜੈਵਿਕ ਵਿਭਿੰਨਤਾ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਕੀੜੀਆਂ ਯੂਰਪ ਅਤੇ ਏਸ਼ੀਆ ਦੇ ਵਿਲੱਖਣ ਪਾਲਤੂ ਜਾਨਵਰਾਂ ਦੇ ਬਾਜ਼ਾਰਾਂ ਵਿੱਚ ਵੇਚਣ ਲਈ ਲਿਜਾਈਆਂ ਜਾਂਦੀਆਂ ਸਨ। ਭਾਰਤ ਨੇ ਲਦਾਖ ਦੇ ਪ੍ਰਮੁੱਖ ਐਕਟਿਵਿਸਟ ਸੋਨਮ ਵਾਂਗਚੁਕ ਨੂੰ 6 ਮਹੀਨੇ ਬਾਅਦ ਰਿਹਾਈ ਦੇ ਦਿੱਤੀ ਹੈ। ਉਹ ਸਤੰਬਰ ਵਿੱਚ ਲਦਾਖ ਵਿੱਚ ਹੋਏ ਪ੍ਰਦਰਸ਼ਨਾਂ ਦੇ ਕਾਰਨ ਗ੍ਰਿਫਤਾਰ ਹੋਏ ਸਨ। ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕਿਹਾ ਹੈ ਕਿ ਵਾਂਗਚੁਕ ਦੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਰੋਕਥਾਮ ਖਤਮ ਕਰ ਦਿੱਤੀ ਗਈ ਹੈ। 59 ਸਾਲਾ ਵਾਂਗਚੁਕ ਲਦਾਖ ਵਿੱਚ ਵਾਤਾਵਰਣ ਲਈ ਲੜਾਈ ਕਰਦੇ ਰਹੇ ਹਨ। ਨਵੀਂ ਦਿੱਲੀ ਨੇ ਕਿਹਾ ਕਿ ਸਤੰਬਰ ਵਿੱਚ ਲਦਾਖ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ 4 ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜ਼ਖਮੀ ਹੋਏ ਅਤੇ ਉਸ ਸਮੇਂ ਹਿੰਸਾ ਲਈ ਵਾਂਗਚੁਕ ਦੇ ਭਾਸ਼ਣਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਾਣਕਾਰੀ ਮੁਤਾਬਿਕ ਉਹ ਉਸ ਸਮੇਂ ਭੁੱਖ ਹੜਤਾਲ ਕਰ ਰਹੇ ਸਨ ਅਤੇ ਲਦਾਖ ਨੂੰ ਪੂਰੇ ਫੈਡਰਲ ਸਟੇਟ ਹਿਸਾਬ ਨਾਲ ਦਰਜਾ ਦਿੱਤਾ ਜਾਣ ਅਤੇ ਇਸ ਦੀ ਜਾਤੀ ਜ਼ਮੀਨ ਅਤੇ ਨਾਜ਼ੁਕ ਵਾਤਾਵਰਣ ਲਈ ਸੰਵਿਧਾਨਕ ਸੁਰੱਖਿਆ ਦੀ ਮੰਗ ਰਹੇ ਸਨ। ਉਸ ਸਮੇਂ ਖੇਤਰ ਅਧਿਕਾਰੀਆਂ ਨੇ ਕਿਹਾ ਕਿ ਜਨਤਕ ਕਰਮ ਬਣਾਈ ਰੱਖਣ ਲਈ ਵਾਂਗਚੁਕ ਦੀ ਗ੍ਰਿਫਤਾਰੀ ਬਹੁਤ ਜ਼ਰੂਰੀ ਸੀ ਕਿਉਂਕਿ NSA ਦੇ ਤਹਿਤ ਕਿਸੇ ਨੂੰ ਬਿਨਾਂ ਦੋਸ਼ ਲਗਾਏ 12 ਮਹੀਨੇ ਤੱਕ ਰੋਕਿਆ ਜਾ ਸਕਦਾ ਹੈ। ਦੱਸਿਆ ਗਿਆ ਹੈ ਕਿ ਵਾਂਗਚੁਕ ਨੂੰ ਸ਼ਨੀਵਾਰ ਨੂੰ ਪੱਛਮੀ ਸ਼ਹਿਰ ਜੋਧਪੁਰ ਦੀ ਜੇਲ੍ਹ ਤੋਂ ਰਿਹਾਈ ਮਿਲੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਰੈਜ਼ਮੇ ਅਤੇ ਕਵਰ ਲੈਟਰਸ ਬਣਾਉਣ ਲਈ ਨੌਕਰੀ ਲੱਭਣ ਵਾਲਿਆਂ ਦੀ ਮਦਦ ਕਰ ਰਿਹਾ ਹੈ, ਪਰ ਇਸ ਨਾਲ EMPLOYERS ਲਈ ਨਵੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਹਨਾਂ ਨੂੰ ਹੁਣ ਪਤਾ ਲਗਾਉਣਾ ਔਖਾ ਹੋ ਗਿਆ ਹੈ ਕਿ ਕੈਂਡੀਡੇਟ ਸੱਚਮੁੱਚ ਕੌਣ ਹੈ ਅਤੇ ਕਿਹੜਾ ਡਾਕੂਮੈਂਟ ਅਸਲੀ ਹੈ। ਕੈਨੇਡਾ ਦੇ ਰਿਕਰੂਟਿੰਗ ਫਰਮ ਰੌਬਰਟ ਹਾਫ ਦੇ ਸਰਵੇ ਵਿੱਚ 1500 ਹਾਇਰਿੰਗ ਮੈਨੇਜਰਸ ਨੇ ਕਿਹਾ ਹੈ ਕਿ AI ਯੂਜ਼ ਕਰਕੇ ਰੈਜ਼ਮੇ ਦਾ ਅਮਾਉਂਟ ਵੱਧ ਗਿਆ ਹੈ। 99% ਹਾਇਰਿੰਗ ਮੈਨੇਜਰਸ ਨੇ ਕਿਹਾ ਹੈ ਕਿ ਕੈਂਡੀਡੇਟਸ ਤੇ AI ਯੂਜ਼ ਕਰਨ ਕਾਰਨ ਕੰਮ ਦਾ ਬੋਝ ਵੱਧ ਗਿਆ ਹੈ ਅਤੇ 61% ਨੇ ਕਿਹਾ ਹੈ ਕਿ ਹਾਇਰਿੰਗ ਪ੍ਰੋਸੈਸ ਹੁਣ ਸਲੋ ਹੋ ਗਿਆ ਹੈ। ਤਾਰਾ ਪੈਰੀ ਰੌਬਰਟ ਹਾਲਫ ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਹੁਣ ਡਾਕੂਮੈਂਟੇਸ਼ਨ ਤੇ ਪਹਿਲਾਂ ਵਾਲਾ ਟਰਸਟ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ EMPLOYERS ਨੇ ਕਵਰ ਲੈਟਰ ਪੜ੍ਹਨਾ ਬੰਦ ਕਰ ਦਿੱਤਾ ਹੈ ਕਿਉਂਕਿ ਜ਼ਿਆਦਾਤਰ ਕਵਰ ਲੈਟਰਸ AI ਦੇ ਨਾਲ ਬਣਾਈਆਂ ਗਈਆਂ ਹੁੰਦੀਆਂ ਹਨ। EMPLOYMENT ਐਡਵਾਈਜ਼ਰ ਕਹਿੰਦੇ ਹਨ ਕਿ ਕਈ ਯੰਗ ਜੌਬ ਸੀਕਰਸ ਸਿੱਧੇ AI ਯੂਜ਼ ਕਰਦੇ ਹਨ ਅਤੇ ਉਹਨਾਂ ਦੀਆਂ ਐਪਲੀਕੇਸ਼ਨਸ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ AI ਨਾਲ ਬਣਾਈਆਂ ਗਈਆਂ ਹਨ। ਐਕਸਪਰਟਸ ਨੇ ਜੌਬ ਸੀਕਰਸ ਨੂੰ ਸਲਾਹ ਦਿੱਤੀ ਹੈ ਕਿ ਉਹ AI ਨੂੰ ਸਿਰਫ ਹੈਲਪ ਟੂਲ ਵਜੋਂ ਵਰਤਣ ਅਤੇ ਰੈਜ਼ਮੇ ਸਿੰਪਲ ਰੱਖਣ ਕਿਉਂਕਿ AI ਦਾ ਓਵਰਯੂਜ਼ ਦੂਰੋਂ ਹੀ ਪਤਾ ਲੱਗ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰ ਦੇਸ਼ਾਂ ਨੂੰ ਸਟ੍ਰੇਟ ਆਫ ਹਾਰਮਜ਼ ਸੁਰੱਖਿਅਤ ਕਰਨ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸਟ੍ਰੇਟ ਆਫ ਹਾਰਮਜ਼ ਰਾਹੀਂ ਪੂਰੇ ਸੰਸਾਰ ਦੀ ਤੇਲ ਅਤੇ ਲਿਕੁਇਫਾਈਡ ਗੈਸ ਆਉਂਦੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਚਾਈਨਾ, ਫਰਾਂਸ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਿਟੇਨ ਵਰਗੇ ਦੇਸ਼ ਸੰਬੰਧ ਆਪਣੇ ਸ਼ਿਪਸ ਭੇਜ ਸਕਦੇ ਹਨ ਤਾਂ ਜੋ ਸਟ੍ਰੇਟ ਆਫ ਹਾਰਮਜ਼ ਸੁਰੱਖਿਅਤ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਉਹਨਾਂ ਦੇਸ਼ਾਂ ਦੀ ਵੀ ਹੈ ਜੋ ਈਰਾਨ ਵੱਲੋਂ ਇਸ ਰਾਹ ਨੂੰ ਬੰਦ ਕਰਨ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਈਰਾਨ ਦੇ ਕਦਮ ਨਾਲ ਇਹ ਰਾਹ ਬੰਦ ਹੋਣ ਦਾ ਖਤਰਾ ਵੱਧ ਗਿਆ ਹੈ ਜਿਸ ਨਾਲ ਤੇਲ ਦੀ ਕੀਮਤ $100 ਪ੍ਰਤੀ ਬੈਰਲ ਤੋਂ ਉੱਪਰ ਚਲੀ ਗਈ ਹੈ। ਫਿਰ ਵੀ ਟਰੰਪ ਨੇ ਦੂਜੀ ਪੋਸਟ ਵਿੱਚ ਕਿਹਾ ਕਿ ਤੇਲ ਪ੍ਰਾਪਤ ਕਰਨ ਵਾਲੇ ਦੇਸ਼ਾਂ ਨੂੰ ਇਸ ਸਟ੍ਰੇਟ ਦੀ ਸੁਰੱਖਿਆ ਦੀ ਚਿੰਤਾ ਖੁਦ ਕਰਨੀ ਚਾਹੀਦੀ ਹੈ ਜਿੱਥੇ ਅਮਰੀਕਾ ਸਿਰਫ ਕੋਆਰਡੀਨੇਸ਼ਨ ਵਿੱਚ ਮਦਦ ਕਰੇਗਾ। ਹੁਣ ਤੱਕ ਇਹ ਦੇਸ਼ ਸਾਵਧਾਨ ਹਨ। ਬ੍ਰਿਟੇਨ ਅਤੇ ਜਾਪਾਨ ਨੇ ਫੌਜੀ ਮਦਦ ਦਾ ਵਾਅਦਾ ਨਹੀਂ ਕੀਤਾ। ਫਰਾਂਸ ਨੇ ਸੁਰੱਖਿਅਤ ਯਾਤਰਾ ਵਿੱਚ ਦਿਲਚਸਪੀ ਦਿਖਾਈ ਹੈ ਪਰ ਉਹ ਸਿਰਫ ਸੁਰੱਖਿਆ ਸਥਿਤੀ ਦੇ ਅਨੁਸਾਰ ਹੀ ਕਾਰਵਾਈ ਕਰਨਗੇ। ਚਾਈਨਾ ਅਤੇ ਦੱਖਣੀ ਕੋਰੀਆ ਵੱਲੋਂ ਵੀ ਅਜੇ ਤੱਕ ਇਸ ਸੰਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।